7ਵੀਂ ਕਲਾਸ ਦੇ ਬਹੁਤ ਹੀ ਪਿਆਰੇ ਵਿਦਿਆਰਥੀਓ, ਤੁਸੀਂ 3.1 ਵਾਲੀ ਵੀਡੀਓ ਤਾਂ ਦੇਖ ਲਈ ਹੋਊਗੀ ਬੇਟਾ, ਹੈ ਨਾ, ਅਤੇ ਆਪਣੀਆਂ ਨੋਟਬੁੱਕਸ ਪੂਰੀਆਂ ਕਰ ਲਈਆਂ ਹੋਣਗੀਆਂ। ਅੱਜ ਆਪਾਂ ਬੇਟਾ ਜੀ ਕਰ ਰਹੇ ਹਾਂ 3.2 ਐਕਸਰਸਾਈਜ਼। ਕਿਸੇ ਨੂੰ ਯਾਦ ਹੈ 3.1 ਦੇ ਵਿੱਚ ਆਪਾਂ ਕੀ ਫਾਈਂਡ ਕਰਨਾ ਸਿੱਖਿਆ ਸੀ? ਆਪਾਂ ਦੋ ਚੀਜ਼ਾਂ ਫਾਈਂਡ ਕਰਨੀਆਂ ਸਿੱਖੀਆਂ ਸੀ। ਇੱਕ ਤਾਂ ਰੇਂਜ, ਜਿਹਨੂੰ ਆਪਾਂ ਵਿਚਲਣ ਸੀਮਾ ਕਿਹਾ ਸੀ, ਅਤੇ ਇੱਕ ਆਪਾਂ ਸਿੱਖਿਆ ਸੀ ਮੀਨ, ਜਿਹਨੂੰ ਆਪਾਂ ਐਵਰੇਜ, ਔਸਤ, ਮੱਧਮਾਨ ਐਵੇਂ ਕਿਹਾ ਸੀ, ਨਾਮ ਦਿੱਤੇ ਸੀ। ਠੀਕ ਹੈ, ਇਹ ਦੋ ਚੀਜ਼ਾਂ ਆਪਾਂ ਪਤਾ ਕਰਨੀਆਂ ਸਿੱਖ ਚੁੱਕੇ ਹਾਂ। 3.2 ਦੇ ਵਿੱਚ ਬੇਟਾ ਆਪਾਂ ਸਿੱਖਣਾ ਹੈ ਮੀਡੀਅਨ ਫਾਈਂਡ ਕਰਨਾ, ਜਿਹਨੂੰ ਪੰਜਾਬੀ ਦੇ ਵਿੱਚ ਕਹਿੰਦੇ ਨੇ ਮੱਧਿਕਾ। ਤਾਂ ਇਹਦਾ ਮਤਲਬ ਕੀ ਹੈ, ਤੁਸੀਂ ਆਪਣੀ ਕਾਪੀਜ਼ 'ਤੇ ਨੋਟ ਵੀ ਕਰ ਲਿਓ ਇਹਦੀ ਡੈਫੀਨੇਸ਼ਨ। ਮੀਡੀਅਨ ਰੈਫਰਸ ਟੂ the value which lies in the middle of the data when arranged in ascending or descending order। ਪੰਜਾਬੀ ਦੇ ਵਿੱਚ ਇਹਦਾ ਮਤਲਬ ਕੀ ਹੈ ਕਿ ਜਦੋਂ ਤੁਹਾਨੂੰ ਅੰਕੜੇ ਦਿੱਤੇ ਹੋਣ, ਤੁਸੀਂ ਉਹਨੂੰ ਵੱਧਦੇ ਕ੍ਰਮ ਜਾਂ ਘਟਦੇ ਕ੍ਰਮ ਦੇ ਵਿੱਚ ਅਰੇਂਜ ਕੀਤਾ ਹੋਵੇ, ਤਾਂ ਜਿਹੜੀ ਵੈਲਿਊ ਉਹਨਾਂ ਦੇ ਮਿਡਲ ਵਿੱਚ ਆਊਗੀ, ਉਹਨਾਂ ਦੇ ਵਿਚਕਾਰ ਆਊਗੀ, ਉਹਨੂੰ ਆਪਾਂ ਕੀ ਕਹਿਣਾ? ਮੱਧਿਕਾ। ਮੱਧਿਕਾ, ਮੀਡੀਅਨ, ਮੱਧਿਕਾ ਦੇ ਨਾਮ ਤੋਂ ਹੀ ਸਪਸ਼ਟ ਹੈ ਬੇਟਾ ਵੀ ਇਹ ਮੱਧ ਦੇ ਵਿੱਚ, ਮਿਡਲ ਦੇ ਵਿੱਚ ਲਾਈ ਕਰਦੀ ਹੈ। ਠੀਕ ਹੈ, ਆਪਾਂ ਛੋਟੀ ਜਿਹੀ ਐਗਜ਼ਾਮਪਲ ਲੈਂਦੇ ਹਾਂ। ਜਿਵੇਂ ਆਪਾਂ ਨੂੰ ਦਿੱਤਾ ਹੋਇਆ 2, 3, 7, 11 ਐਂਡ 17, ਇੱਦਾਂ ਆਪਾਂ ਨੂੰ ਅੰਕੜੇ ਦਿੱਤੇ ਹੋਏ ਨੇ। ਆਪਾਂ ਇਹਦੀ ਮੱਧਿਕਾ ਕੱਢਣੀ ਹੈ, ਤਾਂ ਇੱਧਰੋਂ 2 ਛੱਡ ਤੇ ਇੱਧਰੋਂ 2 ਛੱਡ ਤੇ ਆਪਣੇ ਕੋਲ ਸਭ ਤੋਂ ਵਿਚਾਲੇ ਕੀ ਰਹਿ ਗਿਆ? 7। ਤਾਂ ਆਪਣਾ ਡਾਟਾ ਜਿਹੜਾ ਦੇਖੋ ਵੱਧਦੇ ਕ੍ਰਮ 'ਚ ਲਿਖਿਆ ਹੋਇਆ ਨਾ, ਅਸੈਂਡਿੰਗ ਆਰਡਰ ਦੇ ਵਿੱਚ, ਤਾਂ ਇਹਦੇ ਵਿੱਚ ਜਿਹੜਾ ਵਿਚਕਾਰਲਾ ਮੁੱਲ ਹੈਗਾ 7, ਇਹਨੇ ਆਪਣੀ ਦਿੱਤੀ ਹੋਈ ਲੜੀ ਨੂੰ ਇੱਧਰਲੇ ਪਾਸੇ ਅਤੇ ਇੱਧਰਲੇ ਪਾਸੇ ਬਰਾਬਰ ਬਰਾਬਰ ਹਿੱਸਿਆਂ ਦੇ ਵਿੱਚ ਵੰਡਤਾ। ਕਲੀਅਰ ਬੇਟਾ ਜੀ? ਹੁਣ ਆਪਾਂ ਕਰਦੇ ਹਾਂ ਇਸ ਤੋਂ ਨੈਕਸਟ। ਜਿਹੜੀ ਆਪਾਂ ਇਸ ਐਕਸਰਸਾਈਜ਼ 'ਚ ਇੱਕ ਦੂਸਰੀ ਚੀਜ਼ ਸਿੱਖਣੀ ਹੈ, ਉਹਦਾ ਨਾਮ ਹੈ ਮੋਡ, ਬੌਲਕ। ਪੰਜਾਬੀ ਦੇ ਵਿੱਚ ਕਹਿੰਦੇ ਹਾਂ ਬੌਲਕ। ਅਤੇ ਇਹਦੀ ਡੈਫੀਨੇਸ਼ਨ ਨੋਟਬੁੱਕਸ 'ਤੇ ਨੋਟ ਰੱਖਣੀ ਹੈ। ਦ ਆਬਜ਼ਰਵੇਸ਼ਨ which occurs maximum number of times in the given data is called mode or modal value of data। ਪੰਜਾਬੀ ਦੇ ਵਿੱਚ ਇਹਨੂੰ ਕਹਾਂਗੇ ਬੇਟਾ ਕਿ ਉਹ ਵਾਲਾ ਅੰਕੜਾ, ਉਹ ਵਾਲਾ ਪ੍ਰੇਖਣ ਜਿਹੜਾ ਸਭ ਤੋਂ ਵੱਧ ਵਾਰੀ ਆਪਣੇ ਦਿੱਤੇ ਹੋਏ ਡਾਟੇ ਦੇ ਵਿੱਚ ਆਉਂਦਾ ਹੈ, ਉਹਨੂੰ ਆਪਾਂ ਬੌਲਕ ਕਹਿਣਾ। ਠੀਕ, ਜਿਵੇਂ ਆਪਾਂ ਐਗਜ਼ਾਮਪਲ ਲਈਏ 2, 2, 3, 5, 2, 7, 2, ਇੱਦਾਂ ਆਪਣੇ ਕੋਲ ਕੋਈ ਅੰਕੜੇ ਦਿੱਤੇ ਹੋਏ ਨੇ, ਤਾਂ ਇਹਦੇ ਵਿੱਚ ਸਭ ਤੋਂ ਵੱਧ ਵਾਰ ਜਿਹੜਾ ਆਪਣੇ ਆਪ ਨੂੰ ਰਿਪੀਟ ਕਰ ਰਿਹਾ ਹੈ ਅੱਖਰ, ਅੰਕੜਾ, ਉਹ ਕੌਣ ਹੈ? 2। ਤਾਂ ਆਪਣੇ ਕੋਲ ਇਸ ਲੜੀ ਦਾ ਮੋਡ ਕੀ ਹੋਊਗਾ, ਬੌਲਕ ਕੀ ਹੋਊਗਾ? 2। ਸਮਝ ਆ ਗਿਆ ਬੇਟਾ ਤੁਹਾਨੂੰ ਇਹ ਡੈਫੀਨੇਸ਼ਨਸ? ਹਾਂਜੀ, ਆਹ ਮੀਨ ਬੇਟੇ ਆਪਾਂ 3.1 ਦੇ ਵਿੱਚ ਕਰਿਆ ਸੀ। ਇਹ ਵੀ ਤੁਸੀਂ ਆਪਣੀ ਨੋਟਬੁੱਕਸ 'ਤੇ ਨੋਟ ਕਰ ਲਿਓ ਫਾਰਮੂਲਾ। ਮੀਨ ਗਿਵਸ ਦਾ ਐਵਰੇਜ ਵੈਲਿਊ ਆਫ ਦਾ ਗਿਵਨ ਡਾਟਾ। ਮੀਨ ਜਿਹੜਾ ਹੈ ਆਪਾਂ ਨੂੰ ਐਵਰੇਜ ਵੈਲਿਊ ਦੱਸਦਾ, ਔਸਤ ਮੁੱਲ ਦੱਸਦਾ। ਅਤੇ ਇਹਨੂੰ ਪਤਾ ਕਰਨ ਦਾ ਫਾਰਮੂਲਾ ਕੀ ਹੈ? ਸਮ ਆਫ ਆਲ ਆਬਜ਼ਰਵੇਸ਼ਨਸ ਓਵਰ ਨੰਬਰ ਆਫ ਆਬਜ਼ਰਵੇਸ਼ਨਸ। ਪੰਜਾਬੀ ਦੇ ਵਿੱਚ ਪ੍ਰੇਖਣ ਮਤਲਬ ਜਿਹੜੇ ਅੰਕੜੇ ਦਿੱਤੇ ਹੋਏ ਨੇ ਬੇਟੇ, ਪ੍ਰੇਖਣਾਂ ਦਾ ਜੋੜ ਬਟੇ ਪ੍ਰੇਖਣਾਂ ਦੀ ਗਿਣਤੀ। ਠੀਕ ਹੈ ਬੇਟਾ, ਸਮਝ ਆ ਗਿਆ ਇਹ ਤੁਹਾਨੂੰ? ਹੁਣ ਆਪਾਂ ਇਸ ਐਕਸਰਸਾਈਜ਼ ਦੇ ਕੁਐਸਚਨ ਕਰਨ ਲੱਗ। ਹਾਂਜੀ, ਪਹਿਲੇ ਕੁਐਸਚਨ 'ਤੇ ਆ ਗਏ ਆਪਾਂ ਬੇਟੇ ਐਕਸਰਸਾਈਜ਼ ਦੇ। ਫਾਈਂਡ ਦਾ ਮੀਡੀਅਨ ਆਫ ਫੋਲੋਇੰਗ ਡਾਟਾ। ਕਹਿੰਦੇ ਇਸ ਡਾਟੇ ਦੀ ਮੱਧਿਕਾ ਪਤਾ ਕਰੋ। ਤਾਂ ਆਪਾਂ ਕੀ ਕਿਹਾ ਸੀ ਵੀ ਜਾਂ ਤਾਂ ਜਿਹੜੇ ਡਾਟਾ ਹੈ ਅੰਕੜਾ ਵੱਧਦੇ ਕ੍ਰਮ 'ਚ ਦਿੱਤਾ ਹੋਵੇ ਜਾਂ ਘਟਦੇ ਕ੍ਰਮ ਦੇ ਵਿੱਚ। ਇਹ ਤਾਂ ਉਲਟ ਪੁਲਟ ਦਿੱਤੇ ਹੋਏ ਨੇ, ਤਾਂ ਪਹਿਲਾਂ ਇਹਨੂੰ ਵੱਧਦੇ ਕ੍ਰਮ ਦੇ ਵਿੱਚ ਲਿਖ ਲੈਂਦੇ ਹਾਂ। ਆਪਣੇ ਕੋਲ ਪਹਿਲਾਂ ਆ ਗਿਆ 1, ਇਸ ਤੋਂ ਬਾਅਦ ਕਿਹੜਾ ਆ ਰਿਹਾ ਹੈ? 3, ਫਿਰ ਦੁਬਾਰਾ 3, ਕਿਉਂਕਿ 2 ਵਾਰ 3 ਹੈ ਇਹਦੇ ਵਿੱਚ। ਕੱਟੀ ਜਾਇਆ ਕਰੋ, 1 ਕੱਟਤਾ, 2 ਵਾਰੀ 3 ਕੱਟਤਾ, ਫਿਰ 4, 5, ਮਤਲਬ ਜਿਹੜਾ ਅੱਖਰ ਲਿਖ ਲਿਆ ਉਹਨੂੰ ਕੱਟ ਦਿਆ ਕਰੋ। ਇਹਦੇ ਨਾਲ ਕੀ ਫਰਕ ਪੈਂਦਾ ਬੇਟਾ ਵੀ ਤੁਹਾਡੇ ਤੋਂ ਕਾਊਂਟਿੰਗ ਦੇ ਵਿੱਚ ਗਲਤੀ ਨਹੀਂ ਹੁੰਦੀ। ਇੱਕ ਵਾਰੀ ਹੋਰ 5 ਸੀ, ਇੱਕ ਵਾਰੀ ਹੋਰ 6 ਸੀ। ਦੇਖੋ ਇਹਨੂੰ ਆਪਾਂ ਹੁਣ ਘਟਦੇ ਜਾਂ ਵੱਧਦੇ ਕ੍ਰਮ ਦੇ ਵਿੱਚ, ਜਿਹਦੇ 'ਚ ਤੁਹਾਡਾ ਮਨ ਕਰੇ, ਤੁਸੀਂ ਵੱਧਦੇ ਕ੍ਰਮ 'ਚ ਈਜ਼ੀਲੀ ਲਿਖ ਸਕਦੇ ਹੋ, ਵੱਧਦੇ ਕ੍ਰਮ 'ਚ ਲਿਖ ਲਓ, ਘਟਦੇ ਕ੍ਰਮ 'ਚ ਲਿਖ ਸਕਦੇ ਹੋ, ਘਟਦੇ ਕ੍ਰਮ 'ਚ ਲਿਖ ਲਓ, ਪਰ ਪਹਿਲਾ ਸਟੈਪ ਆਪਣਾ ਇਹੀ ਰਹੂਗਾ। ਹੁਣ ਆਪਾਂ ਇਹ ਲਿਖ ਲਿਆ, ਤਾਂ ਹੁਣ ਮੈਂ ਤੁਹਾਨੂੰ ਸੌਖਾ ਜਿਹਾ ਢੰਗ ਦੱਸਦੀ ਹਾਂ
ਵੀ ਬਰਾਬਰ ਬਰਾਬਰ ਛੱਡਣ ਨਾਲੋਂ ਵੀ ਆਪਾਂ ਫਿਰ ਗਿਣਨਾ ਹੈ ਨਾ, ਉਹਦੇ 'ਚ ਵੀ ਟਾਈਮ ਲੱਗਦਾ। ਤਾਂ ਕੀ ਕਰੋ ਬੇਟੇ, ਇੱਧਰੋਂ 1 ਨੂੰ ਉੱਧਰਲੇ ਅੱਖਰ ਨਾਲ ਕੱਟ ਦਿਓ, ਮਤਲਬ ਇੱਕ ਦੂਜੇ ਨਾਲ ਕਟਾਈ ਚੱਲੋ। ਤਾਂ ਜੋ ਸੈਂਟਰ ਦੇ ਵਿੱਚ ਬਚ ਜੂਗਾ ਉਹੀ ਆਪਣੀ ਕੀ ਹੋਊਗੀ, ਮੀਡੀਅਨ। ਇਹ ਵੀ ਤਾਂ ਆਪਾਂ ਸੈਂਟਰਲ ਵੈਲਿਊ ਹੀ ਦੇਖੀ ਹੈ, ਮਿਡਲ ਵੈਲਿਊ ਹੀ ਦੇਖੀ ਹੈ। ਬਸ ਇਸ ਢੰਗ ਨਾਲ ਆਇਆ ਵੀ ਤੁਹਾਨੂੰ ਆਏ ਨਹੀਂ ਗਿਣਨਾ ਪੈਂਦਾ ਵੀ ਇੱਧਰ ਕਿੰਨੇ ਛੱਡਣੇ, ਉੱਧਰ ਕਿੰਨੇ ਛੱਡਣੇ, 1 1 1 ਆਪਸ 'ਚ ਕਟਾਉਂਦੇ ਜਾਓ। ਜੋ ਸੈਂਟਰ 'ਚ ਬਚ ਗਿਆ ਉਹ ਤੁਹਾਡੇ ਕੋਲ ਆਊਗਾ ਮੀਡੀਅਨ। ਅਗਲੇ ਕੁਐਸਚਨ ਦੇ ਵਿੱਚ ਉਹਨੇ ਕਿਹਾ ਫਾਈਂਡ ਦਾ ਮੋਡ ਆਫ ਦਾ ਫੋਲੋਇੰਗ ਡਾਟਾ। ਹਾਂਜੀ, ਇਸ ਡਾਟੇ ਦਾ ਆਪਾਂ ਮੋਡ ਕੱਢਣਾ। ਇਹ ਤਾਂ ਹੁਣ ਥੋੜ੍ਹੇ ਜਿਹੇ ਅੱਖਰ ਨੇ, ਚਲੋ ਆਪਾਂ ਗਿਣ ਲਾਂਗੇ, ਪਰ ਕਈ ਵਾਰੀ ਜ਼ਿਆਦਾ ਅੱਖਰ ਵੀ ਹੋ ਜਾਂਦੇ ਨੇ, ਤਾਂ ਫਿਰ ਉਹਦੇ 'ਚ ਆਪਾਂ ਕੀ ਕਰਾਂਗੇ। ਹਾਂਜੀ, ਫਾਈਂਡ ਦਾ ਮੀਡੀਅਨ ਹੀ ਇਹਦੇ ਵਿੱਚ ਤਾਂ। ਹਾਂਜੀ, ਤਾਂ ਆਪਣੇ ਕੋਲ ਜਿਹੜੇ ਥੋੜ੍ਹੇ ਨੇ ਅੰਕੜੇ, ਤਾਂ ਇਸ ਕਰਕੇ ਵੀ ਆਪਾਂ ਇੱਕ ਲੜੀ ਬਣਾਵਾਂਗੇ। ਆਪਣੇ ਕੋਲ ਕਿਹੜੇ ਕਿਹੜੇ ਅੱਖਰ ਦਿਖ ਰਹੇ ਨੇ, 2 ਦਿਖ ਰਿਹਾ ਮੈਨੂੰ, 3 ਦਿਖ ਰਿਹਾ, 4 ਦਿਖ ਰਿਹਾ, 5 ਵੀ ਹੈ, 6 ਵੀ ਹੈ ਅਤੇ 8 ਵੀ ਹੈ। ਇਹਦੇ 'ਚ ਆਪਾਂ ਉਹ ਕੰਮ ਕਰਾਂਗੇ ਜੋ ਆਪਾਂ 6th ਦੇ ਵਿੱਚ ਸਿੱਖਿਆ ਸੀ, ਟੈਲੀ ਮਾਰਕਸ ਲਗਾਉਣੇ। ਟੈਲੀ ਮਾਰਕਸ ਪੰਜਾਬੀ ਦੇ ਵਿੱਚ ਆਪਾਂ ਇਹਨਾਂ ਨੂੰ ਕਿਹਾ ਸੀ ਮਿਲਾਣ ਚਿੰਨ੍ਹ। ਇੱਧਰ ਫਿਰ ਆਪਾਂ ਉਹਨਾਂ ਦੀ ਫਰੀਕੁਐਂਸੀ ਲਿਖਤੀ ਸੀ, ਬਾਰੰਬਾਰਤਾ ਲਿਖਤੀ ਸੀ। ਤਾਂ ਹੁਣ ਪਹਿਲਾ ਅੱਖਰ ਦੇਖੋ ਜੀ ਕੀ ਹੈ। ਹਾਂਜੀ, ਪਹਿਲਾਂ ਆਪਣੇ ਕੋਲੇ ਸਟੇਟਮੈਂਟ ਦੇ ਵਿੱਚ ਜਲਦੀ ਦੇਖੋ ਬੇਟਾ 2 ਹੈ। ਕਿੰਨੇ ਟਾਈਮਸ 2 ਹੈ, 3 ਟਾਈਮਸ। ਤਾਂ 3 1s ਤਾਂ ਇੱਥੇ 3 ਟੈਲੀ ਮਾਰਕਸ ਤਾਂ ਇੱਥੇ ਹੀ ਲੱਗ ਗਏ। ਅਗਲਾ 3 ਹੈ, ਉਸ ਤੋਂ ਅਗਲਾ 4 ਹੈ, ਫਿਰ 3 ਟਾਈਮਸ 5 ਹੈ, 2 ਟਾਈਮਸ 6 ਹੈ, ਫਿਰ 1 ਟਾਈਮਸ 8 ਹੈ। ਹੁਣ ਇੱਥੇ ਮੈਂ ਕਿਉਂ ਮਿਟਾਤਾ ਟੈਲੀ ਮਾਰਕਸ ਲਿਖਿਆ ਹੋਇਆ, ਕਿਉਂਕਿ ਸਟੇਟਮੈਂਟ ਨਹੀਂ ਕਲੀਅਰ ਹੋ ਰਹੀ ਸੀ। ਇੱਥੇ ਆਪਾਂ ਲਿਖਣੀ ਹੈ ਐਫ, ਮਤਲਬ ਬਾਰੰਬਾਰਤਾ, ਮਤਲਬ ਇਹ ਕਿੰਨੀ ਕਿੰਨੀ ਵਾਰ ਆਏ ਨੇ ਗਿਣ ਕੇ ਲਿਖਣਾ। 3rd ਵਾਲਾ ਸਟੈਪ, 2 ਕਿੰਨੀ ਵਾਰ ਆਇਆ, 3 ਵਾਰੀ, 3 ਕਿੰਨੀ ਵਾਰ ਆਇਆ, 1 ਵਾਰੀ, 4 ਵੀ 1 ਵਾਰੀ, 5 ਵੀ 3 ਵਾਰੀ, 6 2 ਵਾਰੀ, 8 1 ਵਾਰੀ। ਤਾਂ ਬੇਟਾ ਜੀ ਕਿਹੜਾ ਅੰਕੜਾ ਹੈ ਜਿਹੜਾ ਆਪਣੇ ਆਪ ਨੂੰ ਸਭ ਤੋਂ ਵੱਧ ਵਾਰ ਦੁਹਰਾ ਰਿਹਾ ਹੈ, ਜਾਂ ਆਪਣੀ ਦਿੱਤੀ ਹੋਈ ਲੜੀ ਦੇ ਵਿੱਚ ਸਭ ਤੋਂ ਵੱਧ ਵਾਰੀ ਆ ਰਿਹਾ ਹੈ। ਦੇਖੋ ਤੁਸੀਂ ਕਹੋਗੇ ਜੀ 2 ਅਤੇ 5 ਦੋਨੇ ਹੀ 3 ਵਾਰੀ ਆ ਰਹੇ ਨੇ, ਅਤੇ ਇਹੀ ਸਭ ਤੋਂ ਵੱਧ ਹੈਗਾ। ਜੇ 2 ਆ ਗਏ ਤਾਂ ਆਪਾਂ ਦੋਨਾਂ ਨੂੰ ਹੀ ਮੋਡ ਲਿਖ ਦਾਂਗੇ। ਤਾਂ ਆਪਣਾ ਜਿਹੜਾ ਮੋਡ ਹੈ ਉਹ ਕੀ ਆ ਜਾਊਗਾ, 2 and 5। ਐਂਡ ਲਿਖਾਂਗੇ, ਕੌਮਾ ਨਹੀਂ, 2 and 5 ਇਸ ਦਾ ਆਨਸਰ ਆ ਜਾਏਗਾ। ਠੀਕ ਹੈ ਬੇਟਾ, ਸਮਝ ਆ ਗਿਆ ਇਹ ਸਮ ਤੁਹਾਨੂੰ। ਚਲਿਏ ਆਪਾਂ ਨੈਕਸਟ ਕੁਐਸਚਨ 'ਤੇ। ਹਾਂਜੀ, 3rd ਕੁਐਸਚਨ ਦੇਖੋ ਬੇਟਾ, ਦ ਸਕੋਰਸ ਇਨ ਮੈਥਮੈਟਿਕਸ ਟੈਸਟ ਆਊਟ ਆਫ 25 of 15 ਸਟੂਡੈਂਟਸ ਆਰ ਐਜ਼ ਫੋਲੋ। ਹਾਂਜੀ, ਆਪਣੇ ਕੋਲ ਬੇਟਾ ਕੁਛ ਡਾਟਾ ਦਿੱਤਾ ਹੋਇਆ ਹੈ। 15 ਸਟੂਡੈਂਟਸ ਨੇ ਜਿੰਨੇ ਨੰਬਰ ਲਿੱਤੇ ਨੇ ਟੈਸਟ ਦੇ ਵਿੱਚ, ਉਹ ਆਪਾਂ ਨੂੰ ਦਿੱਤੇ ਹੋਏ ਨੇ, ਅਤੇ ਆਪਾਂ ਇਹਨਾਂ ਦਾ ਮੋਡ ਅਤੇ ਮੀਡੀਅਨ ਹੀ ਕੱਢਣਾ। ਆਰ ਦੇ ਸੇਮ ਪੁੱਛਿਆ, ਠੀਕ ਹੈ, ਕਿਉਂਕਿ ਮੈਂ ਇਹਨੂੰ ਪਹਿਲਾਂ ਕੈਲਕੂਲੇਟ ਕੀਤਾ ਸੀ ਇਹਦੇ ਵਿੱਚ, ਪਰ ਮੀਨ ਇਕੁਅਲ ਨਹੀਂ ਆ ਰਿਹਾ। ਤਾਂ ਪਰ ਪਿੱਛੇ ਆਨਸਰ ਇਹਨਾਂ ਨੇ ਯੈਸ ਦਿੱਤਾ ਹੋਇਆ, ਅਤੇ ਉੱਥੇ ਉਹਨਾਂ ਨੇ ਆਨਸਰ ਦੇ ਵਿੱਚ ਸਿਰਫ ਮੋਡ ਅਤੇ ਮੀਡੀਅਨ ਹੀ ਕੱਢਿਆ ਹੋਇਆ। ਤਾਂ ਆਪਾਂ ਵੀ ਇਹਦੇ ਵਿੱਚ ਮੋਡ ਅਤੇ ਮੀਡੀਅਨ ਹੀ ਕੱਢਾਂਗੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਬੇਟਾ ਜੀ ਮੀਡੀਅਨ ਜਾਂ ਮੋਡ ਕੱਢਣ ਲਈ ਆਪਾਂ ਇਹਨੂੰ ਅਸੈਂਡਿੰਗ ਆਰਡਰ ਦੇ ਵਿੱਚ ਲਿਖਾਂਗੇ। ਮੇਰੇ ਕੋਲ ਸ਼ੀਟ ਥੋੜ੍ਹੀ ਛੋਟੀ ਹੈ, ਇਸ ਕਰਕੇ ਮੈਂ 2-3 ਲਾਈਨਾਂ ਦੇ ਵਿੱਚ ਇਹਨਾਂ ਨੂੰ ਲਿਖੂੰਗੀ। ਸਭ ਤੋਂ ਛੋਟਾ 5 ਹੈ, ਉਸ ਤੋਂ ਬਾਅਦ 9। ਦੇਖੋ ਇੱਦਾਂ ਕੱਟੀ ਚੱਲਿਆ ਕਰੋ, ਮੈंने 5 ਕੱਟਤਾ, 9 ਕੱਟਤਾ, ਕਿਉਂਕਿ ਮੈਂ ਲਿਖ ਚੁੱਕੀ। ਫਿਰ ਉਸ ਤੋਂ ਬਾਅਦ ਹੈਗਾ ਆਪਣੇ ਕੋਲ 10 12 15 16 19 20 ਬੇਟਾ ਦੇਖੋ 4 ਟਾਈਮਸ ਹੈ। ਠੀਕ ਹੈ, ਉਸ ਤੋਂ ਬਾਅਦ ਹੈਗਾ 23 24 ਅਤੇ 25 ਜਿਹੜਾ ਹੈ ਉਹ ਵੀ ਆਪਣੇ ਕੋਲ 2 ਟਾਈਮਸ ਹੈ। ਤਾਂ ਜਿਹੜਾ ਮੈਥਡ ਮੈਂ ਤੁਹਾਨੂੰ ਦੱਸਿਆ ਸੀ ਮੀਡੀਅਨ ਕੱਢਣ ਦਾ, ਆਪਾਂ ਇਹਦੇ ਸਾਈਡਾਂ ਤੋਂ ਜਿਹੜੇ ਇੱਕ ਅੰਕੜਾ ਉਹਨੂੰ ਕੱਟਣਾ ਸ਼ੁਰੂ ਕਰ ਦਿਓ। ਉੱਧਰੋਂ ਫਸਟ ਵਾਲਾ, ਇੱਧਰੋਂ ਲਾਸਟ ਵਾਲਾ, ਸੈਕਿੰਡ ਇੱਧਰੋਂ, ਸੈਕਿੰਡ ਲਾਸਟ, ਇੱਦਾਂ ਕੱਟਦੇ ਰਹੋ। ਹਾਂਜੀ, ਤਾਂ ਐਂਡ 'ਤੇ ਆਪਣੇ ਕੋਲ ਸੈਂਟਰ ਦੇ ਵਿੱਚ ਕੀ ਬਚ ਗਿਆ, 20। ਤਾਂ ਇਟ ਮੀਨਸ ਆਪਣੇ ਕੋਲ ਮੀਡੀਅਨ ਜਾਂ ਮੱਧਿਕਾ ਕਿੰਨੀ ਆ ਗਈ ਬੇਟਾ, 20। ਇਹ ਮਿਡਲ ਵੈਲਿਊ ਹੈ ਜਿਹਨੇ ਆਪਣੀ ਦਿੱਤੀ ਹੋਈ ਸੀਰੀਜ਼ ਨੂੰ, ਅੰਕੜਿਆਂ ਨੂੰ
दो बराबर भागां विच वंडता, मतलब ਉਹਦੇ सज्जे पासे भी उन्ने ही अंकड़े ने जिन्ने ਇਹਦੇ खब्बे पासे ने। ठीक है, तो हुण आपां ਇਹਦਾ मोड़ कढना है। मोड़ दे विच देखो, एक मिनट लई, हाँ जी, मोड़ दे विच देखो बेटा, ਇਹਦੇ ਵਿੱਚ ਕਿਹੜਾ ਡਿਜਿਟ ਹੈ ਜਿਹੜਾ ਤੁਹਾਨੂੰ ਲੱਗ ਰਿਹਾ ਸਭ ਤੋਂ ਵੱਧ ਵਾਰ ਰਿਪੀਟ ਹੋਇਆ, ਤਾਂ ਉਹ ਕਿਹੜਾ ਹੋਇਆ ਰਿਪੀਟ? 20 ਹੈ, ਉਹ 4 ਵਾਰ ਆਇਆ ਹੋਇਆ, ਤਾਂ ਇਹਦਾ ਮੋਡ ਕਿੰਨਾ ਹੋਊਗਾ? 20। ਮੋਡ ਨੂੰ ਆਪਾਂ ਇੰਗਲਿਸ਼ ਦੇ ਵਿੱਚ ਪੰਜਾਬੀ ਦੇ ਵਿੱਚ ਕੀ ਕਹਿੰਦੇ ਆਂਗੇ? ਬੌਲਕ। ਤਾਂ ਆਪਣੇ ਕੋਲੇ ਮੀਡੀਅਨ ਵੀ B ਆਈ ਹੈ ਅਤੇ ਬੌਲਕ ਮੋਡ ਹੈ ਜਿਹੜਾ ਉਹ ਵੀ B ਆਇਆ ਹੈ, ਤਾਂ ਆਪਾਂ ਇਹਦਾ ਆਨਸਰ ਲਿਖ ਦਾਂਗੇ ਵੀ ਯੈਸ ਦੇ ਆਰ ਸੇਮ। ਉਹਨੇ ਕਿਹਾ ਸੀ ਨਾ ਆਰ ਦੇ ਸੇਮ, ਆਪਾਂ ਕਹਾਂਗੇ ਯੈਸ ਦੇ ਆਰ ਸੇਮ। ਤਾਂ ਸਮਝ ਆ ਗਿਆ ਬੱਚੇ ਤੁਹਾਨੂੰ ਇਹ ਕੁਐਸਚਨ। ਨੈਕਸਟ ਕੁਐਸਚਨ 'ਤੇ ਚੱਲੀਏ। 4th ਕੁਐਸਚਨ ਹੈ ਆਪਣਾ, ਆਪਾਂ ਨੂੰ 15 ਸਟੂਡੈਂਟਸ ਦਾ ਵੇਟ ਦਿੱਤਾ ਹੋਇਆ, ਭਾਰ ਦਿੱਤਾ ਹੋਇਆ ਕਲਾਸ 'ਚ, ਆਪਾਂ ਇਹਨਾਂ ਦਾ ਵੀ ਮੋਡ ਅਤੇ ਮੀਡੀਅਨ ਹੀ ਕੱਢਣਾ। ਇਜ਼ ਦੇਅਰ ਮੋਰ ਦੈਨ 1 ਮੋਡ? ਦੂਜੇ ਕੁਐਸਚਨ 'ਚ ਉਹਨੇ ਪੁੱਛਿਆ ਵੀ ਕੀ ਇਹਦੇ 2 ਤੋਂ ਜ਼ਿਆਦਾ ਬੌਲਕ ਨੇਗੇ? ਉਹ ਤਾਂ ਹੁਣ ਤਾਂ ਪਤਾ ਲੱਗੂਗਾ ਜੇ ਆਪਾਂ ਇਹਨੂੰ ਲਾਈਨ ਵਾਈਜ਼ ਵੱਧਦੇ ਕ੍ਰਮ ਜਾਂ ਘੱਟਦੇ ਕ੍ਰਮ ਦੇ ਵਿੱਚ ਲਿਖਾਂਗੇ। ਹਾਂਜੀ, ਲਓ ਲਿਖਣਾ ਸ਼ੁਰੂ ਕਰੋ। ਸਭ ਤੋਂ ਛੋਟਾ ਕਿਹੜਾ ਇਹਨਾਂ 'ਚੋਂ? 32, 35, 36, 37। ਫਿਰ ਦੇਖੋ ਧਿਆਨ ਨਾਲ, 38 3 ਵਾਰੀ ਹੈ, फिर 40, 42, 3 बार अपने को 43 है। हाँ जी, इत्थे तक आप सारे लिख ले। हुण आपां इहदी मीडियन कड्ढनी शुरू करनी है। तो देखो एवें साइडां तो लास्ट तो कट्टना शुरू कर दो। तो अपने कोले सब तो सेंटर दे विच की बचिया? 40। तो यदा मतलब इन्हां दी मीडियन या मध्यिका कितनी है? 40। समझ आ गया? हुण आपां नूं उहने कहा भी इहदा बौलक भी कड्ढना है। 1 सेकंड। हाँ जी, आपां हुण सारे ब्लू टिक्स खत्म करतियां। हुण देखो मैनूं दिख रहा है कि जिहड़ा 38 है वह भी 3 बार आया हुआ है, ਜਿਹੜਾ 43 है वह भी 3 बार आया होया। ਇਹਦਾ मतलब बाकी तो सारे सिंगल टाइम ही ने, है ना। तो आप की कहांगे फिर ਇਹਦਾ बौलक कितना आया, इन्हां दा मोड कितना आया? 2 मोड आए ने अपने को, एक तो 38 है तो एक 43 है। तो आप लिखांगे 38 एंड 43, ये 2 मोड ने। तो देखो दूसरे क्वेश्चन का आंसर यैस दोगे ना, इज़ देयर मोर दैन 1 मोड? की इत्थे एक तो ज़्यादा बौलक आए ने? आप कहांगे हाँ जी, यैस। ठीक है, तो थोनों 4th क्वेश्चन तक सारिਆਂ ਨੂੰ समझ आ गया, है ना। तो फिर अपने दूर दराडे बैठे रिश्तेदारां नूं, उन्हां दे बच्चिआं नूं भी लैट्स लर्न विद ईजी ट्रिक्स चैनल बारे दस्सिया करो ताकि वो भी सबसक्राइब कर लैन, है ना। तो इहनूं वध तो वध शेयर करिया करो बेटे। ਗਿਆਨ ਨੂੰ ਜਿੰਨਾ ਵੱਧ ਵੰਡੋਗੇ, विद्या ਨੂੰ जिन्ना ਵੱਧ ਵੰਡੋਗੇ उन्ना ਤੁਹਾਨੂੰ ਵੱਧ आएगी। ठीक है, तो आप हुण इस तो बाद चलते हैं जी अपने 5th क्वेश्चन के उपर। ठीक है, हाँ जी, 5th क्वेश्चन पे आ गए बेटे। सेम क्वेश्चन है, फाइंड द मोड एंड मीडियन। यही 2 चीज़ां ही आपां इहदे विच फाइंड करनियां बच्चे। हाँ जी, देखो तो आपां पहलां इहनूं या तो इनक्रीजिंग ऑर्डर च लिखीए या डिक्रीजिंग ऑर्डर च लिखीए। तो सब तो छोटा किहड़ा लभ रहा तुहानूं? 12। हाँ जी, 12 मैनूं 2 बार दिख रहा, तो उस 12 नूं इत्थों कट दो कि असीं ये लिख चुके हैं। इस तो बाद 13 भी मैनूं 2 बार दिख रहा है, तो ये भी मैं इधर लिख लैनी हाँ। यही तरीका है बेटे, नहीं तो तुसीं एक अद्धा अखर छड्ड दोगे। 14 कितनी बार दिख रहे हैं? 14 3 टाइम्स। इस तो बाद मैं 14 लिख दियाँ 3 टाइम्स। 14 तो बाद किहड़ा बेटे रह गया? 16 रह गया तो 19 रह गया। ठीक है, तो इन लिखण तो बाद एक बार अपना डाटा गिन लिया करो भी इन्नी सीगे ये जिहड़े असीं लिखते, ये 9 सीगे रकम के मुताबक। देखो आप 9 लिखते, 1 2 3 4 5 6 7 8 9। हाँ जी, आप लिख चुके हैं 4 9 सॉरी। तो हुण आप इहदी मीडियन फाइंड करना स्टार्ट करते हैं। हाँ जी, मैं फस्ट तो लास्ट कटता, सैकेंड लास्ट सैकेंड कटता, थर्ड लास्ट थर्ड ना कटता, 4th लास्ट 4th ना कटता, तो अपने को सेंटर दे विच की बच गया? 14। यही अपनी की है बेटा जी मीडियन, मध्यिका।
ओके हो गया तो है ना, मध्यिका वाला तो बिल्कुल क्लीयर है। हुण आपां इहदे विच्चों ध्यान नाल देखो किहड़ा डिजिट अपने आप नूं ज़्यादा वार रिपीट कर रहा है। आपां कहांगे 14 अपने आप नूं ज़्यादा वार रिपीट कर रहा है, तो ये की हो जाऊगा मोड। तो मीडियन ते मोड इस सम दे विच भी दोनों ईक्वल आए ने, तो यह 14 दे ईक्वल ने। 14 अपना आंसर है दोनों का। क्लीयर हो गया बच्चे। चलो जी आपां चलदे हां हुण इस तो नैक्सट क्वेश्चन ते। ਉਹਦੇ ਵਿੱਚ भी कल्ला मोड ही फाइंड करना है, फाइंड द मोड। पर देखो रकमां किन्नियां ज़्यादा ने है ना, तो किन्नियां ज़्यादा रकमां नूं हुण किवें सॉल्व करांगे? टैली मार्क्स लगा के। जिवें आपां सिੱਖਿਆ ਸੀ ना टैली मार्क्स, उहदा आपां टैली मार्क्स लगावांगे। इधर लिख लो अंकड़े किहड़े किहड़े ने अपने कोले, डाटा किहड़ा है, डाटे दे विच अपने कोले किहड़े किहड़े अखर ने। देखो सारी दी सारी काउंटिंग कित्थों शुरू हो रही है? 12 तो। उस तो बाद किहड़ा डिजिट आउंदा है? 13। 14 भी दिख रहे हैं, 15, 16, 17 हैगा, हाँ जी 17 भी हैगा, 18 ते 19 ये भी हैगे ने। थोड़ा छोटा करके लिख लैंदे हैं ना। तो कित्थों शुरू किया सी आपां? 12 तो। 13, 14, 15, 16, 17, 18 ते 19। हुण ये जिहड़े सीगे ये रिपीट हो रहे सी। हुण इत्थे आपां की लाउणे ने? टैली मार्क्स। ये मैं डिलीट कर देने क्योंकि फिर मैनू स्टेटमेंट नहीं ना दिखनी। तुसीं एक बार नोट कर लो भी मैडम ने की लिखा सी। ये उपर एक्स लिखा सी, इत्थे टैली मार्क्स, इधर लिखांगे आपां बारंबारता। हाँ जी, तो पहले अंकड़े के उपर अपनी एक उंगली रख लो मैथ खोल के। 12 है तो वो मूहरे एक टैली मार्क लगा लो। नैक्सट हैगा अपने को 14, फिर उस तो बाद फिर 12 है, उस तो बाद अपने को 16 है, फिर 15, फिर 13, फिर 14, फिर 18, 19, 12, 14, 15, 16, फिर 15, फिर 16, फिर 15, फिर 2 बारी 16। देखो जो 4 बार लगाता तो अगली बारी जो 16 लगूगा वो इदा कट करके लगूगा। ये आपां 6वीं दे विच सीख चुके हैं बेटे कि 4 तो बाद जो 5वां टैली मार्क है वो इदा ही लगना है। इनू 5 का बंडल भी कह के आपां याद रख सकते हैं। नैक्सट फिर 15 है तो वो 5 आना सीगा, तो आपां उन्होंने टैली मार्क्स नू ग्रुप बना के शेयर करता। नैक्सट हैगा अपने को 17, फिर 13, फिर 2 बारी 16, फिर 2 बारी 15, फिर 13, फिर 15, फिर 17, फिर 15, फिर 14, फिर 15। देखो 4 हो चुके सी, हुण इहनूं फिर आए कट्टांगे। फिर अपने कोल किहड़ा है 13, फिर 15, फिर लास्ट हैगा अपने कोले जी 14। तो बेटा इदां देखो आपां ने सारे दे सारे टैली मार्क्स जिहड़े ने ओह लगा लिते ने। तो हुण इहदे विच किहड़ा डिजिट है जिहड़ा ओह अपने आप नूं सब तो वध वारी रिपीट कर रहा है? ये तो आपां नूं गिण के पता लगूगा ना जदों इहदी फ्रीकुएंसी गिणांगे। इत्थे आपां एफ लिख दिंदे हुंदे आ, पंजाबी दे विच लिख दिंदे हुंदे आ बारंबारता। तो गिण गिण के लिखो बेटा। 12 कितनी बार आया? 3 बारी, फिर ये 4 बारी, इत्थे बंडल बनया होया 5 बारी। हुण 5 5 10 ते 1 11। गिनना देखो कितना सौखा है। आ 5 का बंडल सी, आ 5 का बंडल सी, एक वध सी। तो इत्थे किन्ने ने? 7 2 1 1। तो क्लीयर कट है किहड़ा डिजिट, किहड़ा जिहड़ा अंकड़ा है अपने आप नूं सब तो वध वारी दोहरा रहा हैगा वो कौन है? यस, ये 15 है। तो अपने कोले इस सवाल का जिहड़ा मोड है, बौलक है, वो की आ जाऊगा बेटा? 15। मैनू आस है बहुत अच्छी तरह नाल तुहानूं सवाल समझ आ गया होगा, है ना? हाँ, मैनू सब दियां गर्दनां महसूस हो रही भी यस दे विच ही हिल रही होणगियां। तुहानूं समझ आ गया है। चलो आपां हुण नैक्सट क्वेश्चन ते चलीए। हाँ जी, आपां पहुँच चुके हाँ एक्सरसाइज दे लास्ट ते जिहड़ा हैगा मल्टीपल चॉइस क्वेश्चनस। हाँ जी, मल्टीपल चॉइस क्वेश्चनस का जिहड़ा 7th क्वेश्चन है उहदे विच उहने आपां नूं पुछया की है बेटे? मोड।
ਤਾਂ ਜਦੋਂ ਬੱਚੇ ਤੁਸੀਂ ਇਹਨੂੰ ਜਦੋਂ ਇਹਦਾ ਟੈਲੀ ਮਾਰਕਸ ਲਗਾ ਕੇ ਇਹਨੂੰ ਗਿਣ ਕੇ ਦੇਖੋਗੇ ਤਾਂ ਤੁਹਾਡੇ ਕੋਲੇ ਕਿਹੜਾ ਡਿਜਿਟ ਹੈ ਜਿਹੜਾ ਸਭ ਤੋਂ ਵੱਧ ਵਾਰ ਆਪਣੇ ਆਪ ਨੂੰ ਦੁਹਰਾਏਗਾ, ਉਹ ਕਿਹੜਾ ਡਿਜਿਟ ਆਊਗਾ? 2। ਤਾਂ ਕਿਹੜਾ ਆਊਗਾ ਬੇਟਾ ਜੀ? 3rd ਆਪਸ਼ਨ ਆਂਸਰ ਆ ਜਾਊਗੀ। ਵੈਸੇ ਵੀ ਗਿਣ ਕੇ ਦੇਖੋ, ਇੱਕ 2 ਇੱਥੇ ਪਿਆ, ਦੂਸਰਾ 2 ਅਤੇ ਤੀਸਰਾ 2, 3 ਵਾਰ ਇਹਦੇ ਵਿੱਚ 2 ਆਇਆ ਹੋਇਆ। 5 ਜਿਹੜਾ ਹੈ ਉਹ 2 ਟਾਈਮਸ ਹੈ, 3 ਵੀ 2 ਟਾਈਮਸ ਹੀ ਆਇਆ ਹੋਇਆ। ਠੀਕ ਹੈ, ਜੇ ਨਹੀਂ ਟੈਲੀ ਮਾਰਕਸ ਲਗਾਉਣੇ ਤਾਂ ਆਪਾਂ ਗਿਣ ਵੀ ਸਕਦੇ ਹਾਂ, ਆਪਣੇ ਕੋਲ 2-3 ਵਾਰੀ ਉਹੀ ਦਿਖ ਰਿਹਾ। ਚੱਲੀਏ ਜੀ ਅਗਲੇ ਕੁਐਸਚਨ 'ਤੇ। ਇੱਕ ਕ੍ਰਿਕਟਰ ਸਕੋਰਡ, ਉਹਨੇ ਕ੍ਰਿਕਟਰ ਦੇ ਸਕੋਰ ਦਿੱਤੇ ਹੋਏ ਨੇ ਆਪਾਂ ਨੂੰ 7 ਮੈਚਾਂ ਦੇ ਵਿੱਚ, ਅਤੇ ਪੁੱਛਿਆ ਕੀ ਹੈ ਇਹਦੀ ਆਪਾਂ ਨੂੰ? ਰੇਂਜ ਆਪਾਂ ਨੇ ਕੱਲ੍ਹ ਫਾਰਮੂਲਾ ਕਰਿਆ ਸੀ। ਹਾਂਜੀ, ਕਿਹਨੂੰ ਯਾਦ ਹੈ? ਦਿਮਾਗ ਦੇ ਵਿੱਚ ਦੁਹਰਾਓ। ਪੰਜਾਬੀ ਦੇ ਵਿੱਚ ਇੱਥੇ ਲਿਖਿਆ ਹੋਊਗਾ ਵਿਚਲਨ ਸੀਮਾ। ਤਾਂ ਰੇਂਜ ਹੁੰਦਾ ਬੇਟਾ ਸਭ ਤੋਂ ਵੱਡੇ ਅੱਖਰ ਦੇ ਵਿੱਚੋਂ, ਅੰਕੜੇ ਦੇ ਵਿੱਚੋਂ ਸਭ ਤੋਂ ਛੋਟਾ ਅੰਕੜਾ ਮਾਈਨਸ ਕਰਨਾ। ਤਾਂ ਆਪਾਂ ਨੂੰ ਕਿਹੜਾ ਅੰਕੜਾ ਸਭ ਤੋਂ ਵੱਡਾ ਦਿਖ ਰਿਹਾ ਹੈ? ਤੁਸੀਂ ਕਹੋਗੇ ਜੀ 100। ਕਿਹੜਾ ਸਭ ਤੋਂ ਛੋਟਾ ਦਿਖ ਰਿਹਾ ਹੈ? 0। ਇਹਨਾਂ ਨੂੰ ਘਟਾਓਗੇ ਕਿੰਨਾ ਬਚ ਜੂਗਾ? 100। ਤਾਂ ਦੇਖੋ ਕਿਹੜੀ ਆਪਸ਼ਨ ਸਹੀ ਆਊਗੀ? 1st ਆਪਸ਼ਨ। ਕਲੀਅਰ ਹੋ ਗਿਆ ਬੱਚੇ? ਤਾਂ ਹੁਣ ਆਪਾਂ ਅਗਲੇ ਆਪਣੇ ਮਲਟੀਪਲ ਚੋਇਸ ਕੁਐਸਚਨ 'ਤੇ ਚੱਲਦੇ ਹਾਂ। ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਏ ਸੈਂਟਰਲ ਟੈਂਡੈਂਸੀ ਆਫ ਏ ਡਾਟਾ। ਜਿਨ੍ਹਾਂ ਨੇ ਤਾਂ ਮੇਰੀ 3.1 ਵਾਲੀ ਵੀਡੀਓ ਹੈ ਜਿਹੜੀ ਬਹੁਤ ਧਿਆਨ ਨਾਲ ਸੁਣੀ ਹੋਊਗੀ, ਉਹਦੇ 'ਚ ਮੈਂ 2 ਵਾਰ ਇਹ ਗੱਲ ਰਿਪੀਟ ਕੀਤੀ ਸੀ ਕਿ ਕੇਂਦਰੀ ਪ੍ਰਵਿਰਤੀ ਦੇ ਮਾਪ, ਸੈਂਟਰਲ ਟੈਂਡੈਂਸੀ ਜਿਹੜੇ ਹੁੰਦੇ ਨੇ ਮੈਜਰਸ, ਉਹ 3 ਨੇ ਬੇਟਾ, ਮੀਨ, ਮੀਡੀਅਨ ਅਤੇ ਮੋਡ। ਤਾਂ ਆਹ ਰੇਂਜ ਹੈ ਜਿਹੜੀ ਇਹ ਸੈਂਟਰਲ ਟੈਂਡੈਂਸੀ ਵਿੱਚ ਨਹੀਂ ਆਉਂਦੀ, ਕੇਂਦਰੀ ਪ੍ਰਵਿਰਤੀ ਦੇ ਮਾਪਾਂ ਵਿੱਚ ਨਹੀਂ ਆਉਂਦੀ। ਅਗਲਾ ਕੁਐਸਚਨ, ਛੋਟਾ ਜਿਹਾ ਡਾਟਾ ਦਿੱਤਾ ਹੋਇਆ ਆਪਾਂ ਨੂੰ, ਉਹਦਾ ਮੀਨ ਕੱਢਣਾ, ਮੱਧ ਮਾਨ ਕੱਢਣਾ। ਤਾਂ 3 + 1 + 5 + 7 + 9, ਇਹਨਾਂ ਨੂੰ ਪਲੱਸ ਕਰ ਲਓ, ਬਟੇ 5 ਲਿਖ ਲਓ। ਇਹੀ ਫਾਰਮੂਲਾ ਸਿਖਾਇਆ। ਜੋੜੋ, 9 ਅਤੇ 1 10, 7 5 12, ਤਾਂ 10 'ਚ 12 ਜੋੜੇ ਆਪਣੇ ਕੋਲ 22, 22 ਅਤੇ 3 ਹੋ ਗਏ 25। ਤਾਂ ਇਹ ਆ ਜਾਊਗਾ ਆਪਣੇ ਕੋਲ 25/5, ਕੱਟ ਕੇ ਕਿੰਨਾ ਆਊਗਾ? 5। ਤਾਂ ਕਿਹੜੀ ਆਪਸ਼ਨ ਸਹੀ ਹੋਊਗੀ? 3rd ਆਪਸ਼ਨ। ਤਾਂ ਇਹ ਸੀ ਬੇਟਾ ਆਪਣੀ ਐਕਸਰਸਾਈਜ਼ 3.2। ਖੁਦ ਵੀ ਕਰੋ ਅਤੇ ਬਾਕੀ ਜਿਹੜੇ ਤੁਹਾਡੇ ਨਾਲ ਦੇ ਸਾਥੀ ਨੇ ਉਹਨਾਂ ਨੂੰ ਵੀ ਵੀਡੀਓ ਸ਼ੇਅਰ ਕਰੋ ਤਾਂ ਕਿ ਉਹ ਵੀ ਸਿੱਖ ਸਕਣ। ਉਦੋਂ ਤੱਕ ਬੇਟਾ ਆਪਣੀ ਜਦ ਤੱਕ ਨੈਕਸਟ ਵੀਡੀਓ ਨਹੀਂ ਆਉਂਦੀ 3.1 3.2 ਆਪਣੀਆਂ ਨੋਟਬੁੱਕਸ ਦੇ ਉੱਪਰ ਕੰਪਲੀਟ ਕਰ ਲਓ, ਅਤੇ ਲੈਟਸ ਲਰਨ ਵਿਦ ਈਜ਼ੀ ਟ੍ਰਿਕਸ ਨੂੰ ਸਬਸਕ੍ਰਾਈਬ ਕਰ ਲਓ, ਅਤੇ ਲਾਈਕ ਜ਼ਰੂਰ ਕਰ ਦਿਆ ਕਰੋ। ਜੇ ਤੁਹਾਨੂੰ ਸਾਰਾ ਸਮਝ ਆ ਗਿਆ ਨਾ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ। ਥੈਂਕ ਯੂ ਬੇਟਾ, ਬਾਏ ਬਾਏ।